ਦੁਨੀਆ ਭਰ ਦੇ ਵਿੱਚ ਮਾਈਗ੍ਰੇਸ਼ਨ ਹੈ ਜਿਹੜੀ ਉਹ ਪਿੰਡਾਂ ਤੋਂ ਕਸਬਿਆਂ ਦੇ ਵਿੱਚ, ਕਸਬਿਆਂ ਤੋਂ ਵੱਡੇ ਸ਼ਹਿਰਾਂ ਦੇ ਵਿੱਚ, ਵੱਡੇ ਸ਼ਹਿਰਾਂ ਤੋਂ ਫਿਰ ਹੋਰ ਵੱਡੇ ਤੇ ਸ਼ਹਿਰਾਂ ਔਰ ਮੈਟਰੋਪੋਲੀਟਨਸ ਦੇ ਵਿੱਚ ਉਹ ਹੋ ਰਹੀ ਹੈ। ਪਰ ਅਨਫੋਰਚੂਨੇਟਲੀ ਆਪਣੇ ਪੰਜਾਬ ਦੇ ਵਿੱਚ ਲੰਬੇ ਸਮੇਂ ਤੋਂ ਇਹ ਡਿਪਾਰਟਮੈਂਟ ਜਿਹੜਾ ਸਾਡਾ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਡਿਪਾਰਟਮੈਂਟ ਹੈ ਜਿਹੜਾ ਬਣੇ ਨੂੰ ਤਾਂ ਬਹੁਤ ਦੇਰ ਹੋ ਗਈ, ਪਰ ਸਮੇਂ-ਸਮੇਂ ਦੀਆਂ ਸਰਕਾਰਾਂ ਔਰ ਸਮੇਂ-ਸਮੇਂ ਦੇ ਲੀਡਰਸ ਨੇ ਇਸ ਮਹਿਕਮੇ ਨੂੰ ਪ੍ਰਫੁੱਲਤ ਕਰਨ ਦੀ ਬਜਾਏ ਜਾਂ ਇਸ ਮਹਿਕਮੇ ਦੇ ਨੂੰ ਪ੍ਰਮੋਟ ਕਰਨ ਦੀ ਬਜਾਏ ਖੁਦ ਆਪ ਡਿਵੈਲਪਰਸ ਨੇ ਜਿਹੜੇ ਸਮੇਂ-ਸਮੇਂ ਦੇ ਲੀਡਰ ਉਹ ਬਣਦੇ ਰਹੇ, ਜਿਹਦੀ ਵਜ੍ਹਾ ਕਰਕੇ ਮੈਂ ਸਮਝਦਾ ਕਿ ਅੱਜ ਵੱਡੇ ਪੱਧਰ ਦੇ ਉੱਪਰ ਜਿਹੜੇ ਇਹਦੇ 'ਚ ਡਿਵੈਲਪਮੈਂਟ ਦੇ ਔਰ ਇਹਦੀ ਸਟ੍ਰੀਮਲਾਈਨਿੰਗ ਦਾ ਜਿਹੜਾ ਸਕੋਪ ਉਹ ਅੱਜ ਪੰਜਾਬ ਦੇ ਵਿੱਚ ਹੈਗਾ। ਇਸੇ ਚੀਜ਼ ਨੂੰ ਮੱਦੇਨਜ਼ਰ ਰੱਖ ਕੇ, ਇਸੇ ਚੀਜ਼ ਦੀ ਨੂੰ ਸਮਝਦੇ ਹੋਏ ਭਗਵੰਤ ਮਾਨ ਜੀ ਨੇ ਜਿਸ ਦਿਨ ਦਾ ਮੈਨੂੰ ਇਹ ਮਹਿਕਮਾ ਸੰਭਾਲਿਆ ਮਿਨਿਸਟਰ ਬਣਾ ਕੇ, ਉਸ ਦਿਨ ਤੋਂ ਹੀ ਸਾਡੀਆਂ ਪਲਾਨਸ ਬਣ ਰਹੇ ਸੀਗੇ। ਉਸ ਦਿਨ ਤੋਂ ਹੀ ਡਿਪਾਰਟਮੈਂਟ ਦੇ ਇੰਟਰਨਲ ਮੀਟਿੰਗਸ ਨੇ ਜਿਹੜੀਆਂ ਉਹ ਚੱਲ ਰਹੀਆਂ ਸੀਗੀਆਂ ਚੰਡੀਗੜ੍ਹ ਲੈਵਲ ਦੇ ਉੱਪਰ। ਤੇ ਅੱਜ ਲੋਕਾਂ ਦੀ ਪਲਸ ਨੂੰ ਸਮਝਣ ਦੇ ਲਈ ਅੱਜ ਪੰਜਾਬ ਦੀ ਪਹਿਲੇ ਫੇਰੀ ਜਿਹੜੀ ਉਹ ਪਹਿਲੇ ਦਿਨ ਪਟਿਆਲਾ ਡਿਵੈਲਪਮੈਂਟ ਅਥਾਰਟੀ ਤੋਂ ਸ਼ੁਰੂ ਕੀਤੀ ਹੈ, ਜਿਸ ਦੇ ਤਹਿਤ ਅਸੀਂ ਜੋ ਡਿਪਾਰਟਮੈਂਟ ਦੀ ਇੰਟਰਨਲ ਫੰਕਸ਼ਨਿੰਗ ਹੈ ਉਹਦੇ ਬਾਰੇ ਵੀ ਸਾਰੀ ਜਾਂਚ ਪੜਤਾਲ ਹੈ ਜਿਹੜੀ ਕੀਤੀ ਜਾਏਗੀ। ਹੁਣ ਤੱਕ ਦਾ ਸਫ਼ਰ ਉਹਨਾਂ ਦਾ ਕਿਹੋ ਜਿਹਾ ਰਿਹਾ, ਡਿਪਾਰਟਮੈਂਟ ਦਾ ਪਟਿਆਲਾ ਡਿਵੈਲਪਮੈਂਟ ਅਥਾਰਟੀ ਦਾ ਕੀ ਕੁਝ ਹੋਰ ਕੀਤਾ ਜਾ ਸਕਦਾ ਸੀਗਾ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੁਝ ਕੀਤਾ, ਕੀ ਕੁਝ ਜਾਏਗਾ ਇਹਦੇ ਬਾਰੇ। ਉਸ ਤੋਂ ਬਾਅਦ ਜਿਹੜੀਆਂ ਔਰ ਇਸ ਤੋਂ ਇਲਾਵਾ ਜਿਹੜੇ ਡਿਵੈਲਪਰਸ ਔਰ ਕੋਲੋਨਾਈਜ਼ਰਸ ਨੇ ਉਹਨਾਂ ਦੇ ਨਾਲ ਮੀਟਿੰਗ ਹੋਣੀ ਹੈ, ਤਾਂ ਕਿਉਂਕਿ ਉਹਨਾਂ ਦੀਆਂ ਵੀ ਜੋ ਮੁਸ਼ਕਲਾਂ ਡਿਪਾਰਟਮੈਂਟ ਤਾਈਂ ਸਰਕਾਰ ਤਾਈਂ ਜੋ ਹੁਣ ਤੱਕ ਆਉਂਦੀਆਂ ਰਹੀਆਂ, ਜੇ ਉਹਨਾਂ ਦੀ ਵੀ ਕੋਈ ਖੱਜਲ ਖੁਆਰੀ ਹੋਈ ਹੈ ਜਾਂ ਆਮ ਲੋਕਾਂ ਦੀ ਵੀ ਖੱਜਲ ਖੁਆਰੀ ਹੋਈ ਹੈ, ਇਹ ਸਾਰੇ ਪ੍ਰੋਸੈਸ ਨੂੰ ਸਮਝਣ ਦੇ ਲਈ, ਉਹਨਾਂ ਨਾਲ ਡਿਸਕਸ ਕਰਨ ਦੇ ਲਈ, ਕਿਉਂਕਿ ਜਿੱਥੇ ਪ੍ਰੋਬਲਮ ਹੁੰਦੀ ਹੈ ਉੱਥੇ ਹੀ ਉਹਦਾ ਸਭ ਤੋਂ ਵਧੀਆ ਸੋਲੂਸ਼ਨ ਵੀ ਉੱਥੋਂ ਹੀ ਨਿਕਲ ਕੇ ਆਉਂਦਾ ਹੈ। ਸੋ ਆਫਟਰ ਕੰਪਲੀਟਿੰਗ ਆਲ ਪ੍ਰੀਲਿਮਿਨਰੀ ਮੀਟਿੰਗਸ ਐਟ ਚੰਡੀਗੜ੍ਹ, ਪੰਜਾਬ ਦਾ ਦੌਰਾ ਅੱਜ ਸ਼ੁਰੂ ਕੀਤਾ ਤੇ ਇਸ ਕੰਟੈਕਸਟ ਦੇ ਵਿੱਚ ਅੱਜ ਸਾਰਿਆਂ ਨੂੰ ਅਸੀਂ ਇਨਵਾਈਟ ਕੀਤਾ ਔਰ ਜਿਹੜੀ ਇੰਟਰਨਲ ਮੀਟਿੰਗ ਤੋਂ ਬਾਅਦ ਖੁੱਲਾ ਸੱਦਾ ਸਾਰੇ ਲੋਕਾਂ ਨੂੰ ਕਿ ਜਿਨ੍ਹਾਂ ਨੂੰ ਚਾਹੇ ਆਪਦੇ ਡਿਵੈਲਪਰ ਤੋਂ, ਕੋਲੋਨਾਈਜ਼ਰ ਤੋਂ ਤੇ ਚਾਹੇ ਡਿਪਾਰਟਮੈਂਟ ਤੋਂ, ਗਵਰਨਮੈਂਟ ਤੋਂ, ਸਰਕਾਰ ਤੋਂ ਕਿਸੇ ਤਰੀਕੇ ਦੀ ਕੋਈ ਮੁਸ਼ਕਿਲ ਆਉਂਦੀ ਹੈ, ਉਹ ਤੁਸੀਂ ਸਰਕਾਰ ਦੇ ਸਾਡੇ ਧਿਆਨ ਦੇ ਵਿੱਚ ਲੈ ਕੇ ਆਓ। ਮਾਨ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਉਹਨਾਂ ਨੂੰ ਪਹਿਲ ਦੇ ਆਧਾਰ ਦੇ ਉੱਪਰ ਹੱਲ ਕਰਕੇ ਦੇਣਾ ਉਹ ਪੰਜਾਬ ਦੀ ਸਰਕਾਰ ਦੀ, ਉਹ ਮੇਰੀ ਜ਼ਾਤੀ ਤੌਰ ਤੇ, ਉਹ ਸਾਡੇ ਮਹਿਕਮੇ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਦੀ ਉਹ ਜ਼ਿੰਮੇਵਾਰੀ ਹੋਏਗੀ। ਡਿਵੈਲਪਮੈਂਟ ਦੀ ਗੱਲ ਕੀਤੀ ਹੈ ਤੁਸੀਂ, ਪਰ ਵਿਰੋਧੀ ਧਿਰ ਜਿਹੜੀ ਆ ਉਹ ਨਿਸ਼ਾਨੇ ਲਾ ਰਹੀ ਹੈ ਕਿ ਜਿਹੜੇ ਸੁਵਿਧਾ ਸੇਵਾ ਕੇਂਦਰ ਸੀ ਉਹਨੂੰ ਮੁਹੱਲਾ ਕਲੀਨਿਕ ਬਣਾ ਦਿੱਤੇ। ਉਹ ਉਸ ਤਰ੍ਹਾਂ ਕਿਸ ਤਰ੍ਹਾਂ ਵੇਖਦੇ ਹੋ ਕਿ ਪਹਿਲਾਂ ਹੀ ਆਲਰੇਡੀ ਪੰਜਾਬ ਦੇ ਵਿੱਚ ਜਿਹੜਾ ਢਾਂਚਾ ਪਿੰਡਾਂ ਵਿੱਚ ਡਿਸਪੈਂਸਰੀਆਂ ਹੈਗੀਆਂ, ਮੁਹੱਲਿਆਂ ਦੇ ਵਿੱਚ ਡਿਸਪੈਂਸਰੀਆਂ ਹੈਗੀਆਂ, ਉਹਨਾਂ ਨੂੰ ਕਿਸ ਤਰ੍ਹਾਂ ਡਿਵੈਲਪ ਕਰੋਗੇ ਜੇ ਤੁਸੀਂ ਇਸ ਤਰ੍ਹਾਂ ਦੇ ਸੇਵਾ ਕੇਂਦਰਾਂ ਨੂੰ ਜੇ ਤੁਸੀਂ ਦੇਖੋ ਇਸ ਤਰ੍ਹਾਂ ਵੈਸੇ ਕੀ ਜਿਹੜੇ ਮੁਹੱਲਾ ਕਲੀਨਿਕ ਕੰਮ ਕਰਨਗੇ ਉਹਨਾਂ ਨੂੰ ਤਨਖਾਹਾਂ ਮਿਲਣਗੀਆਂ ਜਾਂ ਕੋਈ ਪਰਚੀ ਦੇ ਹਿਸਾਬ ਨਾਲ ਹੀ ਜਿਹੜਾ ਹੈਗਾ ਉਹਨਾਂ ਨੂੰ ਜਿਹੜੇ ਉੱਥੇ ਬੈਠਣਗੇ ਉਹਨਾਂ ਨੂੰ ਪੇ ਮਿਲੂਗੀ ਪੇਸ਼ੈਂਟ ਦੇ ਹਿਸਾਬ ਨਾਲ? ਹਾਂਜੀ, ਪੇਸ਼ੈਂਟ ਦੇ ਹਿਸਾਬ ਨਾਲ। ਦੇਖੋ ਇਸ ਤਰ੍ਹਾਂ ਹੈ ਕਿ ਵੈਸੇ ਮੈਂ ਡਿਵੈਲਪਮੈਂਟ ਸ਼ਹਿਰਾਂ ਦੀ ਅਰਬਨ ਡਿਵੈਲਪਮੈਂਟ ਦੀ ਗੱਲ ਕਰ ਰਿਹਾ, ਤੁਸੀਂ ਹੈਲਥ ਵਾਲੇ ਪਾਸੇ ਲੈ ਕੇ ਚੱਲ, ਉਹਦਾ ਸੁਣੋ ਮੈਂ ਦਿਨਾ ਜਵਾਬ ਦਿੰਦਾ। ਇਸ ਤਰ੍ਹਾਂ ਸਰ ਇੱਕ ਮਿੰਟ ਪਹਿਲੇ ਜਵਾਬ ਮੈਂ ਜਿਹਨੇ ਮਰਜ਼ੀ ਕਰ ਲਿਓ, ਮੈਂ ਇੱਥੇ ਆ, ਕਿਤੇ ਨਹੀਂ ਜਾਂਦਾ। ਤੁਸੀਂ ਐਕਸਪਰਟ ਹੋ ਨਾ ਹਰ ਚੀਜ਼ 'ਚ। ਨਹੀਂ ਐਕਸਪਰਟ ਨਹੀਂ ਹੈਗਾ ਜੀ ਮੈਂ ਚਲੋ ਆਪਾਂ ਡਾਇਵਰਟ ਨਾ ਹੋਈਏ ਜੀ। ਦੇਖੋ ਇਸ ਤਰ੍ਹਾਂ ਹੈ ਕਿ ਤੁਸੀਂ ਕਿਹੜੇ ਵਿਰੋਧੀਆਂ ਦੀ ਗੱਲ ਕਰ ਰਹੇ ਹੋ? ਸਿਆਸੀ ਪਾਰਟੀਆਂ। ਇਹ ਉਹ ਸਿਆਸੀ ਪਾਰਟੀਆਂ ਦੇ ਲੋਕ ਸਵਾਲ ਕਰ ਰਹੇ ਨੇ ਜਿਨ੍ਹਾਂ ਨੇ 2200 ਸੇਵਾ ਕੇਂਦਰਾਂ ਦੇ ਵਿੱਚੋਂ ਇਕੱਲੇ 510 ਰੱਖੇ ਸੀਗੇ ਤੇ 1750 ਬਿਲਡਿੰਗਾਂ ਸੀਗੀਆਂ ਜਿਹੜੀਆਂ ਉਹ ਡਿਫੰਕਟ ਪਈਆਂ ਸੀਗੀਆਂ ਪਿਛਲੇ 4.5 ਪੌਣੇ 5 ਸਾਲਾਂ ਦੀਆਂ। ਤੁਹਾਡੇ ਧਿਆਨ ਦੇ ਵਿੱਚ ਹੋਏਗਾ, ਮੈਂ ਉਦੋਂ ਵੀ ਇਹ ਮਸਲਾ ਵਿਧਾਨ ਸਭਾ ਦੇ ਵਿੱਚ ਚੱਕਿਆ ਸੀਗਾ। ਹੁਣ ਉਹ ਬਿਲਡਿੰਗਾਂ ਜਿਹੜੀਆਂ ਲੋਕਾਂ ਦੇ ਪੈਸੇ ਨਾਲ ਪਿਛਲੀ ਤੋਂ ਪਿਛਲੀ ਸਰਕਾਰ ਨੇ ਬਣਾ ਦਿੱਤੀਆਂ ਤੇ ਹੁਣ ਉਹ ਨਸ਼ੇੜੀਆਂ ਦਾ ਅੱਡਾ ਬਣ ਮੇਰਾ ਜਵਾਬ ਲੈ ਲਓ, ਉਹ 'ਚ ਤੁਹਾਡਾ ਮਸਲਾ ਵੀ ਹੱਲ ਹੋ ਜਾਊਗਾ ਤੇ ਕਾਮਨ ਮਸਲਾ ਵੀ ਹੱਲ ਹੋ ਜਾਊਗਾ। ਆਹੀ ਮੁਸ਼ਕਲਾਂ, ਆਹੀ ਦਿੱਕਤਾਂ, ਆਹੀ ਸੂਰਤ ਹਾਲਾਤ ਨੂੰ ਬਦਲਣ ਦੇ ਲਈ ਮੈਂ ਅੱਜ ਇੱਥੇ ਆਇਆ ਤੇ ਇਹਦੇ ਲਈ ਤੁਹਾਡਾ ਮੁਸ਼ਕਲਾਂ ਨੇ ਜਿਹੜੀਆਂ ਉਹ ਵੀ ਦੱਸੋ
ਤੁਹਾਡੇ ਜਿਹੜੇ ਕੋਈ ਉਹਦੇ ਵਾਸਤੇ ਚੰਗੇ ਸੁਝਾਅ ਔਰ ਸੁਜੈਸ਼ਨ ਨੇ ਉਹ ਵੀ ਦੱਸੋ। ਆਲ ਸੁਜੈਸ਼ਨਸ ਆਰ ਮੋਸਟ ਵੈਲਕਮ ਤੇ ਇਹਨਾਂ ਮਸਲੇ ਨੂੰ ਬੜੀ ਜਲਦੀ ਹੱਲ ਕਰਾਂਗੇ ਅਸੀਂ। ਪੀਡੀ ਤੁਸੀਂ ਪਟਿਆਲੇ ਆਏ ਆ, ਪਟਿਆਲਾ ਡਿਵੈਲਪਮੈਂਟ ਅਥਾਰਟੀ ਦੇ ਵਿੱਚ ਨਾ ਕੋਈ ਰੈਗੂਲਰ ਸੀਏ ਹੈ। ਸੌਰੀ, ਪਟਿਆਲਾ ਡਿਵੈਲਪਮੈਂਟ ਅਥਾਰਟੀ ਵਿੱਚ ਨਾ ਕੋਈ ਚੀਫ ਐਡਮਿਨਿਸਟ੍ਰੇਟਰ ਰੈਗੂਲਰ ਹੈ, ਨਾ ਏਸੀ ਰੈਗੂਲਰ ਹੈ, ਨਾ ਐਕਸੀ ਨਾ ਐਸਸੀ। ਸਾਰੇ ਕੁਝ ਕੋਈ ਬਠਿੰਡੇ ਤੋਂ ਕਿਸੇ ਦਾ ਚਾਰਜ ਹੈ, ਡੀਸੀ ਮੈਡਮ ਕੋਲ ਸੀਏ ਦਾ ਚਾਰਜ ਹੈ। ਬਿਲਕੁਲ 1.5 ਸਾਲ ਤੋਂ ਕੰਮ ਕਰ ਪਏ ਕਰ ਕੋਈ ਨਹੀਂ ਇਹਦੇ ਬਾਰੇ ਤੁਹਾਡਾ ਕੀ? ਇਹ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਲੰਬੇ ਸਮੇਂ ਤੋਂ ਪਿਛਲੀਆਂ ਸਰਕਾਰਾਂ ਦਾ ਇੰਟਰਸਟ ਉਦੋਂ ਦੇ ਲੀਡਰਾਂ ਦਾ ਇਹ ਰਿਹਾ ਹੈ ਕਿ ਐਟ ਦਾ ਕਾਸਟ ਆਫ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਡਿਪਾਰਟਮੈਂਟ ਉਹ ਆਪਦੀ ਡਿਵੈਲਪਮੈਂਟ ਸੀ ਜਿਹੜੀਆਂ ਉਹ ਕਰਦੇ ਰਹੇ, ਜਿਹਦੀ ਵਜ੍ਹਾ ਕਰਕੇ ਜਿਹੜਾ ਚਾਹੇ ਸੀਨੀਅਰ ਸਟਾਫ ਹੈ ਚਾਹੇ ਜੂਨੀਅਰ ਸਟਾਫ ਹੈ ਉਹਦੀ ਬੜੀ ਵੱਡੀ ਪੱਧਰ ਦੇ ਉੱਪਰ ਸ਼ਾਰਟੇਜ ਰਹੀ ਹੈ। ਇਹਦੇ ਬਾਰੇ ਅੱਜ ਤੋਂ 4 ਦਿਨ ਪਹਿਲਾਂ ਮਾਨ ਸਾਹਿਬ ਨਾਲ ਵੀ ਮੈਂ ਜਿਹੜੇ ਸੀਨੀਅਰ ਆਫੀਸਰਸ ਇਕੱਲੇ ਪੀਡੀਏ ਦੀ ਗੱਲ ਨਾ ਕਰੋ, ਪੂਰੇ ਪੰਜਾਬ ਦੇ ਵਿੱਚ ਆਈ ਐਮ ਰਨਿੰਗ ਸ਼ਾਰਟ ਆਫ 8 ਆਫੀਸਰਸ ਸੀਨੀਅਰ ਆਫੀਸਰਸ, ਉਹਦੇ ਬਾਰੇ ਵੀ ਉਹਨਾਂ ਨੂੰ ਰਿਕੁਐਸਟ ਕਰ ਦਿੱਤੀ ਉਹ ਆ ਜਾਣਗੇ ਡਿਪਾਰਟਮੈਂਟ ਕੋਲੇ। ਔਰ ਚੰਗੀ ਖਾਸੀ ਵੱਡੇ ਪੱਧਰ ਦੇ ਉੱਪਰ ਵਰਕਫੋਰਸ ਹੈ ਜਿਹੜੀ ਉਹ ਜੂਨੀਅਰ ਲੈਵਲ ਤੇ ਵੀ ਉਹ ਅਸੀਂ ਰਿਕੁਇਜ਼ੀਸ਼ਨ ਭੇਜੀ ਹੋਈ ਹੈ ਸਰਕਾਰ ਕੋਲੋਂ। 2-3 ਮਹੀਨਿਆਂ ਦੇ ਵਿੱਚ ਉਹ ਸਟਾਫ ਸ਼ਾਰਟੇਜ ਵੀ ਸਾਰੀ ਪੂਰੀ ਹੋ ਗਈ। ਬੰਦੇ ਦਾ ਕੰਮ ਤਾਂ ਬੰਦੇ ਨੇ ਕਰਨਾ ਜੀ। ਇਹ ਸਾਰੇ ਆਫੀਸਰਸ I think maximum by another 1.5-2 months staff shortage ਪੂਰੀ ਹੋ ਜਾਏਗੀ ਤਾਂ ਕਿ ਲੋਕਾਂ ਨੂੰ ਡਿਲੀਵਰੀ ਚੰਗੀ ਕਰ ਸਕਣ। ਤੁਸੀਂ ਮੈਂ ਬਹੁਤਾ ਡਿਟੇਲਸ ਤਾਂ ਨਹੀਂ ਤੁਹਾਨੂੰ ਹਜੇ ਮੈਂ ਦੇਵਾਂਗਾ, ਪਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰੀਕੇ ਦੀਆਂ ਭਗਵੰਤ ਮਾਨ ਜੀ ਦੀਆਂ ਹਦਾਇਤਾਂ ਨੇ ਕਿ ਲੋਕਾਂ ਨੂੰ 100% ਟਰਾਂਸਪੇਰੈਂਟ ਅਕਾਊਂਟੇਬਲ ਤੇ ਓਨੈਸਟ ਤਰੀਕੇ ਦੇ ਨਾਲ ਸਰਵਿਸਿਜ਼ ਨੇ ਜਿਹੜੀਆਂ ਸਰਕਾਰ ਵੱਲੋਂ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ, ਉਸੇ ਲੀਹ ਦੇ ਉੱਪਰ ਚੱਲਦੇ ਹੋਏ ਆਉਣ ਵਾਲੇ 15 ਦਿਨਾਂ ਦੇ ਵਿੱਚ ਤੁਸੀਂ ਸੀ ਚੇਂਜ ਹੈ ਜਿਹੜੀ ਕਿਸ ਤਰੀਕੇ ਨਾਲ ਡਿਪਾਰਟਮੈਂਟ ਦੀ ਫੰਕਸ਼ਨਿੰਗ ਹੁੰਦੀ ਹੈ, ਕੰਮ ਹੁੰਦਾ ਹੈ, ਉਹ ਸੀ ਚੇਂਜ ਹੈ ਜਿਹੜੀ ਵੱਡੇ ਪੱਧਰ ਦੇ ਉੱਪਰ ਉਹ ਤੁਹਾਨੂੰ ਦੇਖਣ ਨੂੰ ਮਿਲੂਗੀ। ਜਿਹੜੀ ਵਿਮਸ ਐਂਡ ਫੈਂਸੀਜ਼ ਚੱਲਦੀਆਂ ਨੇ ਨਾ ਜੀ ਅਫਸਰਾਂ ਦੀਆਂ ਜਾਂ ਮੁਲਾਜ਼ਮਾਂ ਦੀਆਂ ਕਿ ਆ ਮਰਜ਼ੀ ਦਾ ਕੰਮ ਕਰ ਦੋ, ਮਰਜ਼ੀ ਦਾ ਕੰਮ ਨਾ ਕਰੋ, ਉਹ ਕੰਮ ਬੰਦ ਹੋ ਜਾਊਗਾ। ਸਿਸਟਮ ਨੇ ਕੰਮ ਕਰਨਾ, ਕਿਸੇ ਦੀਆਂ ਮਰਜ਼ੀਆਂ ਨੇ ਕੰਮ ਨਹੀਂ ਕਰਨਾ ਹੈਗਾ। ਨਵਿਆਉਣਯੋਗ ਊਰਜਾ ਵਾਲਾ ਤੁਹਾਡੇ ਕੋਲ ਡਿਪਾਰਟਮੈਂਟ ਹੈ, ਡਿਪਾਰਟਮੈਂਟ ਪਾਵਰ ਦਾ ਨਵਿਆਉਣਯੋਗ ਊਰਜਾ ਦਾ ਤੁਹਾਡੇ ਕੋਲ, ਉਹਦੇ ਚ ਕੀ ਕਰ ਰਹੇ ਹੋ ਤੁਸੀਂ, ਅੱਗੇ ਕੀ ਹੈ? ਤੁਸੀਂ ਦੇਖਦੇ ਚੱਲੋ ਜੀ ਉਹ ਜੀ ਵੱਡੇ ਪੱਧਰ ਦੇ ਉੱਪਰ ਕੰਮ ਹੈ ਜਿਹੜਾ ਨਹੀਂ ਕੋਈ ਵੱਡੇ ਪੱਧਰ ਦੀ ਕੋਈ ਕਿਸ ਤਰ੍ਹਾਂ ਦੀ ਤੁਹਾਡੇ ਦਿਮਾਗ ਤੁਸੀਂ ਉਹਦੇ ਚ ਜਿਹੜਾ ਰੀਨਿਊਏਬਲ એનર્ਜੀ ਦੇ ਵਿੱਚ ਜਿਹੜਾ ਸਕੋਪ ਹੈ ਉਹ ਚਾਹੇ ਬਾਇਓਮਾਸ ਦੇ ਵਿੱਚ ਹੈ ਪਰਾਲੀ ਤੋਂ ਬਿਜਲੀ ਬਣਾਉਣ ਦਾ, ਤੇ ਚਾਹੇ ਸੋਲਰ ਤੋਂ ਹੈ। 2 ਪਾਵਰਾਂ ਹੋਰ ਵੀ ਹੁੰਦੀਆਂ ਨੇ, ਵਿੰਡ ਪਾਵਰ ਉਹਦਾ ਪੰਜਾਬ ਦੇ ਵਿੱਚ ਕਿਉਂਕਿ ਹਾਲਾਤ ਇਹ ਜਿਹੜੇ ਉਹ ਸਟੱਡੀ ਕਰ ਰਹੇ ਆ ਪਰ ਇੰਨਾ ਸਕੋਪ ਨਹੀਂ ਹੈ। ਅਰੋੜਾ ਸਾਹਿਬ ਪੰਜਾਬ ਇੱਕ ਮਿੰਟ ਭਾਈ ਸਾਹਿਬ ਇੱਕ ਸਵਾਲ ਤਾਂ ਦੋਲਾਂ ਕੰਪਲੀਟ ਤਾਂ ਕਰ ਲਵਾਂਗਾ ਜੀ। ਇਹਦੇ ਵਿੱਚ ਵੱਡੇ ਪੱਧਰ ਦੇ ਉੱਪਰ ਅਸੀਂ ਟਾਰਗੇਟਸ ਨੇ ਜਿਹੜੇ ਉਹ ਫਿਕਸ ਕਰ ਚੁੱਕੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਵੱਡੇ ਇਨੀਸ਼ੀਏਟਿਵ ਨੇ ਜਿਹੜੇ ਉਹ ਤੁਹਾਨੂੰ ਇਸ ਦੇ ਵਿੱਚ ਦੇਖਣ ਨੂੰ ਮਿਲੇ, ਕਿਉਂਕਿ ਪਾਵਰ ਸੈਕਟਰ ਦੇ ਵਿੱਚ ਬਹੁਤ ਵੱਡੇ ਰਿਫਾਰਮਸ ਦੀ ਲੋੜ ਹੈ। ਜਿਹੜੀਆਂ ਕਨਵੈਨਸ਼ਨਲ એનર્ਜੀ ਹੈ ਜਿਹੜੀ ਉਹ ਚਾਹੇ ਤੁਹਾਡੀ ਕੋਲੇ ਤੋਂ ਹੈ, ਉਹ ਵੀ ਸਟਾਕਸ ਡਿਪਲੀਟ ਹੋ ਰਹੇ ਨੇ, ਉਹਦੇ ਨਾਲ ਜਿਹੜੀ 에ਅਰ ਪੋਲਿਊਸ਼ਨ ਹੈ ਉਹ ਹੋ ਰਹੀ ਹੈ। ਰੀਨਿਊਏਬਲ એનર્ਜੀ ਦੇ ਵਿੱਚ ਗਵਰਨਮੈਂਟ ਆਫ ਇੰਡੀਆ ਨੇ UN ਦੇ ਵਿੱਚ ਕਮਿਟਮੈਂਟਸ ਕੀਤੀਆਂ ਹੋਈਆਂ ਨੇ ਤੇ ਅਸੀਂ ਉਹਨਾਂ ਕਮਿਟਮੈਂਟਸ ਨੂੰ ਪੂਰਾ ਕਰਕੇ ਪੰਜਾਬ ਨੂੰ ਰੀਨਿਊਏਬਲ એનર્ਜੀ ਪਹਿਲੇ ਨੰਬਰ ਤੇ ਆਉਣ ਵਾਲੇ ਸਮੇਂ 'ਚ ਲੈ ਕੇ ਜਾਵਾਂਗੇ ਤੇ ਉਹ ਸਾਡੇ ਮਹਿਕਮੇ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਦੀ ਉਹ ਜ਼ਿੰਮੇਵਾਰੀ ਹੋਏਗੀ। ਰੋੜਾ ਸਾਹਿਬ ਡਿਵੈਲਪਮੈਂਟ ਦੀ ਗੱਲ ਕੀਤੀ ਹੈ ਤੁਸੀਂ, ਪਰ ਵਿਰੋਧੀ ਧਿਰ ਜਿਹੜੀ ਹੈ ਉਹ ਨਿਸ਼ਾਨੇ ਲਾ ਰਹੀ ਹੈ ਕਿ ਜਿਹੜੇ ਸੁਵਿਧਾ ਸੇਵਾ ਕੇਂਦਰ ਸੀ ਉਹਨੂੰ ਮੁਹੱਲਾ ਕਲੀਨਿਕ ਕਰਦੇ ਉਹ ਉਸ ਤਰ੍ਹਾਂ ਕਿਸ ਤਰ੍ਹਾਂ ਵੇਖਦੇ ਹੋ ਕਿ ਪਹਿਲਾਂ ਹੀ ਆਲਰੇਡੀ ਪੰਜਾਬ ਦੇ ਵਿੱਚ ਜਿਹੜਾ ਢਾਂਚਾ ਪਿੰਡਾਂ ਵਿੱਚ ਡਿਸਪੈਂਸਰੀਆਂ ਹੈਗੀਆਂ, ਮੁਹੱਲਿਆਂ ਦੇ ਵਿੱਚ ਡਿਸਪੈਂਸਰੀਆਂ ਹੈਗੀਆਂ, ਉਹਨਾਂ ਨੂੰ ਕਿਸ ਤਰ੍ਹਾਂ ਡਿਵੈਲਪ ਕਰੋਗੇ ਜੇ ਤੁਸੀਂ ਇਸ ਤਰ੍ਹਾਂ ਦੇ ਸੇਵਾ ਕੇਂਦਰਾਂ ਨੂੰ ਜੇ ਦੇਖੋ ਇਸ ਤਰ੍ਹਾਂ ਵੈਸੇ ਕੀ ਜਿਹੜੇ ਮੁਹੱਲਾ ਕਲੀਨਿਕ ਕੰਮ ਕਰਨਗੇ ਉਹਨਾਂ ਨੂੰ ਤਨਖਾਹਾਂ ਮਿਲਣਗੀਆਂ ਜਾਂ ਕੋਈ ਪਰਚੀ ਦੇ ਹਿਸਾਬ ਨਾਲ ਹੀ ਜਿਹੜਾ ਹੈਗਾ ਉਹਨਾਂ ਨੂੰ ਜਿਹੜੇ ਉੱਥੇ ਬੈਠਣਗੇ ਉਹਨਾਂ ਨੂੰ ਪੇ ਮਿਲੂਗੀ ਉਸ ਹਿਸਾਬ ਨਾਲ ਪੇਸ਼ੈਂਟ ਦੇ ਹਿਸਾਬ ਨਾਲ? ਹਾਂਜੀ ਪੇਸ਼ੈਂਟ ਦੇ ਹਿਸਾਬ ਨਾਲ। ਦੇਖੋ ਇਸ ਤਰ੍ਹਾਂ ਹੈ ਕਿ ਵੈਸੇ ਮੈਂ ਡਿਵੈਲਪਮੈਂਟ ਸ਼ਹਿਰਾਂ ਦੀ ਅਰਬਨ ਡਿਵੈਲਪਮੈਂਟ ਦੀ ਗੱਲ ਕਰ ਰਿਹਾ, ਤੁਸੀਂ ਹੈਲਥ ਵਾਲੇ ਪਾਸੇ ਲੈ ਕੇ ਚੱਲੋ ਉਹਦਾ ਸੁਣੋ ਮੈਂ ਦਿਨਾਂ ਜਵਾਬ ਦਿੰਦਾ। ਇਸ ਤਰ੍ਹਾਂ ਸਰ ਇੱਕ ਮਿੰਟ ਪਹਿਲੇ ਮੈਂ ਜਿਹਨੇ ਮਰਜ਼ੀ ਕਰ ਲਿਓ, ਮੈਂ ਇੱਥੇ ਆ ਕਿਤੇ ਨਹੀਂ ਜਾਂਦਾ। ਤੁਸੀਂ ਐਕਸਪਰਟ ਹੋ ਨਾ ਹਰ ਚੀਜ਼ 'ਚ। ਨਹੀਂ ਐਕਸਪਰਟ ਨਹੀਂ ਹੈਗਾ ਜੀ ਮੈਂ ਚਲੋ ਆਪਾਂ ਡਾਇਵਰਟ ਨਾ ਹੋਈਏ ਜੀ। ਦੇਖੋ ਇਸ ਤਰ੍ਹਾਂ ਹੈ ਕਿ ਤੁਸੀਂ ਕਿਹੜੇ ਵਿਰੋਧੀਆਂ ਦੀ ਗੱਲ ਕਰ ਰਹੇ ਹੋ? ਸਿਆਸੀ ਪਾਰਟੀਆਂ। ਇਹ ਉਹ ਸਿਆਸੀ ਪਾਰਟੀਆਂ ਦੇ ਲੋਕ ਸਵਾਲ ਕਰ ਰਹੇ ਨੇ ਜਿਨ੍ਹਾਂ ਨੇ 2200 2250
ਸੇਵਾ ਕੇਂਦਰਾਂ ਦੇ ਵਿੱਚੋਂ ਇਕੱਲੇ 510 ਰੱਖੇ ਸੀਗੇ ਤੇ 1750 ਬਿਲਡਿੰਗਾਂ ਸੀਗੀਆਂ ਜਿਹੜੀਆਂ ਉਹ ਡਿਫੰਕਟ ਪਈਆਂ ਸੀਗੀਆਂ ਪਿਛਲੇ 4.5 ਪੌਣੇ 5 ਸਾਲਾਂ ਦੀਆਂ। ਤੁਹਾਡੇ ਧਿਆਨ ਦੇ ਵਿੱਚ ਹੋਏਗਾ ਮੈਂ ਉਦੋਂ ਵੀ ਇਹ ਮਸਲਾ ਵਿਧਾਨ ਸਭਾ ਦੇ ਵਿੱਚ ਚੱਕਿਆ ਸੀਗਾ। ਹੁਣ ਉਹ ਬਿਲਡਿੰਗਾਂ ਜਿਹੜੀਆਂ ਲੋਕਾਂ ਦੇ ਪੈਸੇ ਨਾਲ ਪਿਛਲੀ ਤੋਂ ਪਿਛਲੀ ਸਰਕਾਰ ਨੇ ਬਣਾ ਦਿੱਤੀਆਂ ਤੇ ਹੁਣ ਉਹ ਨਸ਼ੇੜੀਆਂ ਦਾ ਅੱਡਾ ਬਣ ਚੁੱਕੀਆਂ ਸੀਗੀਆਂ ਬਿਲਡਿੰਗਾਂ, ਉਹਦੀ ਬਰਬਾਦੀ ਹੋ ਰਹੀ ਸੀ, ਉਹ ਢਹਿ ਢੇਰੀ ਹੋ ਰਹੀਆਂ ਸੀਗੀਆਂ। ਜੇ ਉਹਨਾਂ ਨੂੰ ਲੋਕਾਂ ਨੂੰ ਪ੍ਰਾਇਮਰੀ ਹੈਲਥ ਕੇਅਰ ਦੇਣ ਦੇ ਲਈ ਜੇ ਉਹਨਾਂ ਨੂੰ ਮੁਹੱਲਾ ਕਲੀਨਿਕ ਦੇ ਵਿੱਚ ਡਿਵੈਲਪ ਕੀਤਾ ਜਾ ਰਿਹਾ ਤੇ ਵਿਰੋਧੀਆਂ ਨੂੰ ਤਕਲੀਫ ਕਿਉਂ ਹੋ ਰਹੀ ਹੈ? ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਕਿਸੇ ਵੀ ਵੈਲਫੇਅਰ ਸਟੇਟ ਦੇ ਵਿੱਚ ਵਰਲਡ ਓਵਰ ਦੁਨੀਆ ਭਰ ਦੇ ਵਿੱਚ ਹੈਲਥ ਔਰ ਐਜੂਕੇਸ਼ਨ ਹੈ ਜਿਹੜਾ ਉਹ ਸਰਕਾਰ ਦੀ ਜ਼ਿੰਮੇਵਾਰੀ ਹੁੰਦਾ ਦੇਣਾ, ਔਰ ਹੁੰਦਾ ਵੀ ਇਹ ਐਟ ਦਾ ਡੋਰ ਸਟੈਪ ਆਫ ਪੀਪਲ ਹੈ। ਲੋਕਾਂ ਦੇ ਘਰ ਦੇ ਬਾਹਰ ਮੀਨਸ ਵੀ 2-3-4 ਕਿਲੋਮੀਟਰ ਦੇ ਅੰਦਰ ਅੰਦਰ ਲੋਕਾਂ ਨੂੰ ਜਦੋਂ ਤੱਕ ਹੈਲਥ ਔਰ ਐਜੂਕੇਸ਼ਨ ਚੰਗੀ ਨਹੀਂ ਮਿਲੂਗੀ ਉਦੋਂ ਤੱਕ ਸਮਾਜ ਦੀ ਸਿਰਜਣਾ ਸੰਭਵ ਨਹੀਂ ਹੈਗੀ। ਸੋ ਇਸ ਕਰਕੇ ਇਹ ਇੱਕ ਲੈਂਡਮਾਰਕ ਇਨੀਸ਼ੀਏਟਿਵ ਹੈ। ਅੱਜ ਤੁਸੀਂ ਵਿਰੋਧੀਆਂ ਦੇ ਕਹੇ ਕਰਕੇ ਤੁਸੀਂ ਅੱਜ ਸਵਾਲ ਮੈਨੂੰ ਭਾਈ ਸਾਹਿਬ ਕਰ ਰਹੇ ਹੋ, ਸਾਡਾ ਜਵਾਬ ਦੇਣਾ ਫਰਜ਼ ਹੈ, ਪਰ ਆਉਣ ਵਾਲੇ 4 ਸਾਲਾਂ ਬਾਅਦ ਤੁਸੀਂ ਆਪ ਇਸ ਗੱਲ ਦੀ ਤਾਰੀਫ ਕਰੋਗੇ ਕਿ ਜੋ ਬਣਦੇ ਸਾਰ ਭਗਵੰਤ ਮਾਨ ਜੀ ਦੀ ਸਰਕਾਰ ਨੇ ਫੈਸਲਾ ਲਿਆ ਸੀਗਾ ਹੈਲਥ ਔਰ ਐਜੂਕੇਸ਼ਨ ਡੋਰ ਸਟੈਪ ਤੇ ਦੇਣ ਦਾ, ਉਹ ਇੱਕ ਬੇਮਿਸਾਲ ਫੈਸਲਾ ਸੀਗਾ। ਤੁਸੀਂ ਕਲੋਨੀਆਂ ਦੀ ਗੱਲ ਕੀਤੀ ਹੈ, ਸ਼ਹਿਰਾਂ ਦੇ ਵਿੱਚ ਇਦਾਂ ਦਾ ਹਾਲਾਤ ਹੈ ਵੀ ਪਿੰਡਾਂ ਨਾਲ ਹੁੰਦੇ ਨੇ। ਇੱਕ ਸ਼ਹਿਰ ਦੀ ਵੱਡੀ ਸਮੱਸਿਆ ਸਾਰੇ ਸ਼ਹਿਰਾਂ ਦੇ ਵਿੱਚ ਨਿਕਾਸੀ ਦਾ ਤੁਸੀਂ ਦੇਖਿਆ ਕਿ ਹੁਣ ਕੀ ਹਾਲਾਤ ਰਹੇ ਨੇ। ਮਤਲਬ ਇਹ ਪਲਾਨ ਜਿਹੜਾ ਨਹੀਂ ਸੀ, ਮਰਜ਼ੀ ਦਾ ਸਿਸਟਮ ਸੀਗਾ, ਉਹਨੂੰ ਤੁਸੀਂ ਕਿਵੇਂ ਹੁਣ ਤੱਕ ਸੋਚਦੇ ਹੋ ਵੀ ਉੱਥੇ ਤੁਸੀਂ ਕਿਸ ਤਰ੍ਹਾਂ ਦੀ ਰੋਕਾਂ ਲਾਣੀਆਂ ਨੇ? ਸੈਕੰਡ ਸਵਾਲ ਸਾਡਾ ਵੀ, ਸਾਰੇ ਪੱਤਰਕਾਰ ਬੈਠੇ ਨੇ, ਤੁਸੀਂ ਸਾਡੇ ਮੰਤਰੀ ਹੋ, ਸਾਡੇ ਲਈ ਵੀ ਕੀ ਕਰੋਗੇ? ਕੀ ਪਲਾਨ ਤੁਹਾਡਾ ਸਰਕਾਰ ਦਾ ਸਭ ਤੋਂ ਦੇਖੋ ਇਸ ਤਰ੍ਹਾਂ ਹੈ ਕਿ ਇਸ ਤਰ੍ਹਾਂ ਕਿ ਜਿਹੜੀ ਤੁਸੀਂ ਗੱਲ ਕੀਤੀ ਹੈ ਸ਼ਹਿਰਾਂ ਦੇ ਜੋ ਸੂਰਤ ਹਾਲ ਨੇ ਉਹਦੀ ਗੱਲ ਕੀਤੀ ਹੈ, ਇਹਨਾਂ ਨੂੰ ਸੁਧਾਰਨ ਦੇ ਲਈ ਹੀ ਸਰਕਾਰ ਪਹਿਲੇ ਦਿਨ ਤੋਂ ਲੱਗੀ ਹੋਈ ਹੈ। ਇਹਨਾਂ ਨੂੰ ਸੁਧਾਰਨ ਦੇ ਲਈ ਹੀ ਮੈਂ ਅੱਜ ਆਪ ਇੱਥੇ ਚੱਲ ਕੇ ਆਇਆ ਤਾਂ ਕਿ ਲੋਕਾਂ ਤੋਂ ਜਦੋਂ ਤੱਕ ਪ੍ਰੋਬਲਮ ਫॉर द ਹਾਰਸ ਮਾਊਥ ਨਹੀਂ ਪਤਾ ਲੱਗੂਗੀ ਉਦੋਂ ਤੱਕ ਉਹਦਾ ਸੋਲੂਸ਼ਨ ਨਹੀਂ ਨਿਕਲਣਾ ਹੈਗਾ। ਇਸ ਸਾਰੇ ਕੰਟੈਕਸਟ ਦੇ ਵਿੱਚ ਅੱਜ ਤੋਂ 4 ਦਿਨ ਪਹਿਲਾਂ ਵੀ ਮੇਰੀ ਹੈਲਥ ਮਿਨਿਸਟਰ ਲੋਕਲ ਗਵਰਨਮੈਂਟ ਮਿਨਿਸਟਰ ਇੰਦਰਬੀਰ ਸਿੰਘ ਨਿੱਜਰ ਸਾਹਿਬ ਦੀ ਔਰ ਸਾਡੇ ਦੋਨੋਂ ਸੈਕਟਰੀਜ਼ ਦੀ ਉਹ ਮੀਟਿੰਗ ਹੋਈ ਸੀਗੀ। ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਤੁਸੀਂ ਡਰਾਸਟਿਕ ਚੇਂਜਸ ਨੇ ਜਿਹੜੀਆਂ ਉਹ ਚਾਹੇ ਗਵਰਨਮੈਂਟ ਲੈਵਲ ਦੇ ਉੱਪਰ ਹੋਵੇ ਤੇ ਚਾਹੇ ਗਰਾਊਂਡ ਲੈਵਲ ਦੇ ਉੱਪਰ ਹੋਵੇ, ਉਹ ਤੁਹਾਨੂੰ ਦੇਖਣ ਨੂੰ ਮਿਲਣਗੀਆਂ। ਨੰਬਰ 1। ਨੰਬਰ 2, ਤੁਸੀਂ ਮੀਡੀਆ ਦੀ ਗੱਲ ਕੀਤੀ। ਮੀਡੀਆ ਚੌਥਾ ਪਿਲਰ ਹੈ ਡੈਮੋਕ੍ਰੇਸੀ ਦਾ। ਮੀਡੀਆ ਤੋਂ ਬਿਨਾ ਡੈਮੋਕ੍ਰੇਸੀ ਔਰ ਸਮਾਜ ਸਰਕਾਰ ਸੰਭਵ ਨਹੀਂ ਹੈਗੀ। ਮੈਂ ਪਹਿਲੇ ਦਿਨ ਤੋਂ ਕਹਿੰਦਾ ਆ ਰਿਹਾ ਕਿ ਤੁਹਾਡੇ ਵੀ ਜਿਹੜੇ ਕੋਈ ਇਸ਼ੂਜ਼ ਹੈਗੇ ਉਹਦੇ ਬਾਰੇ ਵੀ ਲਗਾਤਾਰ ਕੰਟੀਨਿਊਸ ਮੀਟਿੰਗ ਨੇ ਜਿਹੜੀਆਂ ਉਹ ਚੱਲ ਰਹੀਆਂ ਨੇ। ਆਪਣੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਲੋਕਾਂ ਨੂੰ ਬੜੀ ਟਰਾਂਸਪੇਰੈਂਟ ਅਕਾਊਂਟੇਬਲ ਰਿਪੋਰਟਿੰਗ ਹੈ ਜਿਹੜੀ ਉਹ ਦਈਏ। ਤੁਹਾਡੇ ਵੀ ਜਿਹੜੇ ਕੁਝ ਇਸ਼ੂਜ਼ ਜੋ ਵੀ ਹੈਗੇ, ਚੰਡੀਗੜ੍ਹ ਵੀ ਕਈ ਮੀਟਿੰਗਾਂ ਹੋਈਆਂ ਨੇ, ਉਹ ਤੁਸੀਂ ਸਾਡੇ ਧਿਆਨ ਦੇ ਵਿੱਚ ਲੈ ਕੇ ਆਓ। ਜੋ ਵੀ ਜਾਇਜ਼, ਸਹੀ ਔਰ ਡੈਮੋਕ੍ਰੇਸੀ ਨੂੰ ਔਰ ਤੁਹਾਡੀ ਪੱਤਰਕਾਰਿਤਾ ਨੂੰ ਸਟਰੈਂਥਨ ਮਜ਼ਬੂਤ ਕਰਨ ਵਾਲੇ ਕੰਮ ਹੋਣਗੇ, ਮਸਲੇ ਹੋਣਗੇ। ਕੋਈ ਮੀਟਿੰਗ ਤੁਸੀਂ ਰੱਖੀ ਅੱਗੇ ਜਿੱਦਾਂ ਤੁਸੀਂ ਬਾਕੀ ਸਾਰੇ ਜਨਤਾ ਨੂੰ ਪੁੱਛਦੇ ਹੋ ਕਿ ਤੁਹਾਨੂੰ ਕੀ ਚਾਹੀਦਾ, ਇਦਾਂ ਦੀ ਕੋਈ? ਦੇਖੋ ਇਸ ਤਰ੍ਹਾਂ ਹੈ ਕਿ ਇਹਦੇ ਬਾਰੇ ਜਿਹੜੀ ਆਫ ਐਂਡ ਔਨ ਜਰਨਲਿਸਟ ਜਿਹੜੇ ਉਹ ਸਾਰੇ ਚੰਡੀਗੜ੍ਹ ਆ ਕੇ ਮੇਰੇ ਕੋਲ ਮਿਲ ਜਾ ਰਹੇ ਕਿਉਂਕਿ ਜ਼ਿਆਦਾ ਉੱਥੇ ਬੇਸ ਨੇ। ਪੰਜਾਬ ਦੇ ਹੋਰ ਸ਼ਹਿਰਾਂ ਦੀ ਬਿਲਕੁਲ ਡਿਫਰੈਂਟ ਹੈ ਪੱਤਰਕਾਰਾਂ ਦੀ ਸਮੱਸਿਆ। ਭਾਈ ਸਾਹਿਬ ਮੇਰੀ ਸੁਣ ਤਾਂ ਲਓ, ਮੈਂ ਜਿੱਦ ਦਾ ਮੰਤਰੀ ਬਣਿਆ ਅੱਜ ਫੀਲਡ ਦੇ ਵਿੱਚ ਆਪਦੇ ਮਹਿਕਮੇ ਨੂੰ ਲੈ ਕੇ ਮੈਂ ਪਹਿਲੀ ਵਾਰੀ ਨਿਕਲਿਆ। ਆਉਣ ਸਾਰ ਸਭ ਤੋਂ ਪਹਿਲਾਂ ਮੈਂ ਤੁਹਾਡੇ ਕੋਲੇ ਆ ਗਿਆ। ਸੋ ਤੁਹਾਡੇ ਬਾਕੀ ਮੀਟਿੰਗਾਂ ਸਾਰੀਆਂ ਬਾਅਦ 'ਚ ਨੇ। ਤੁਹਾਡੇ ਜੋ ਵੀ ਮਸਲੇ ਹੈਗੇ ਭਗਵੰਤ ਮਾਨ ਜੀਆਂ ਦੇ, ਪੰਜਾਬ ਸਰਕਾਰ ਦੇ, ਮੇਰੇ ਦਰਵਾਜ਼ੇ ਤੁਹਾਡੇ ਲਈ ਹਮੇਸ਼ਾ ਖੁੱਲ੍ਹੇ ਨੇ। ਤੁਸੀਂ ਆਪਦੇ ਜਾਇਜ਼, ਪੋਜ਼ਿਟਿਵ, ਪ੍ਰੋਡਕਟਿਵ ਮਸਲੇ ਨੇ ਜਿਹੜੇ ਉਹ ਲੈ ਕੇ ਆਓ, ਉਹ ਪਹਿਲ ਦੇ ਆਧਾਰ ਤੇ ਹੱਲ ਕਰਾ ਕੇ ਦਿਓ। 5 ਲੱਖ ਦੀ ਇੰਸ਼ੋਰੈਂਸ ਸੀ ਨਾਲ ਮੈਡੀਕਲ ਵੀ ਫ੍ਰੀ ਹੁੰਦਾ ਸੀ ਪਿਛਲੀ ਸਰਕਾਰ